गुड मॉर्निंग स्टूडेंट्स। ਅੱਜ ਅਸੀਂ ਸੋਇਲ ਐਂਡ ਫਾਊਂਡੇਸ਼ਨ ਇੰਜੀਨੀਅਰਿੰਗ ਜਿਹੜਾ ਸਬਜੈਕਟ ਹੈਗਾ ਉਹਦਾ ਸੈਕੰਡ ਚੈਪਟਰ ਫਿਜ਼ੀਕਲ ਪ੍ਰੋਪਰਟੀਜ਼ ਆਫ ਸੋਇਲ ਉਹ ਅਸੀਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਹੈਗਾ ਕਨਸਟੀਟੂਐਂਟਸ ਆਫ ਸੋਇਲ। ਇਹਦੇ ਵਿੱਚ ਹੈ ਸੋਇਲ ਕੰਸਿਸਟ ਆਫ 3 ਕਨਸਟੀਟੂਐਂਟਸ ਵਿਦ ਸੋਲਿਡ ਪਾਰਟੀਕਲਸ ਏਅਰ ਐਂਡ ਵਾਟਰ ਵਿਚ ਆਰ ਬਲੈਂਡਡ ਟੁਗੇਦਰ ਟੂ ਫਾਰਮ ਅ ਕੰਪਲੈਕਸ ਮਟੀਰੀਅਲ। ਮਤਲਬ ਜਿਹੜਾ ਸੋਇਲ ਹੈ ਉਹ 3 ਕਨਸਟੀਟੂਐਂਟਸ ਨਾਲ ਬਣਦਾ, ਜਿੱਦਾਂ ਸੋਇਲ ਪਾਰਟੀਕਲਸ ਹੋ ਗਏ, ਏਅਰ ਅਤੇ ਪਾਣੀ ਨਾਲ, ਜਿਨ੍ਹਾਂ ਨੂੰ ਇਕੱਠਾ ਬਲੈਂਡ ਕੀਤਾ ਜਾਂਦਾ ਹੈ ਇੱਕ ਕੰਪਲੈਕਸ ਮਟੀਰੀਅਲ ਬਣਾਉਣ ਲਈ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਹੈ ਜੀ ਆਪਣੇ ਕੋਲ ਫੇਜ਼ ਡਾਇਗਰਾਮ ਫॉर ਸੋਇਲ। द diagram which represents the different constituents of soil separately alag alag for easy understanding and convenience is termed as a phase diagram। ਉਹਨੂੰ phase diagram ਕਿਹਾ ਜਾਂਦਾ ਹੈ ਜਿਹਦੇ ਵਿੱਚ ਜਿਹੜੇ constituents ਹੈ soil ਦੇ ਉਹਨਾਂ ਨੂੰ ਅਲੱਗ-ਅਲੱਗ represent ਕੀਤਾ ਜਾਵੇ। ਇਹਨੂੰ ਆਪਾਂ ਬਲੌਕ ਡਾਇਗਰਾਮ ਵੀ ਕਹਿੰਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਬਲੌਕ ਡਾਇਗਰਾਮ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਹੈ ਆਪਣਾ 3 ਫੇਜ਼ ਡਾਇਗਰਾਮ। ਆ ਦੇਖੋ ਆ ਬਣਿਆ ਹੋਇਆ 3 ਫੇਜ਼ ਡਾਇਗਰਾਮ। ਸਭ ਤੋਂ ਪਹਿਲਾਂ ਏਅਰ, ਵਾਟਰ ਅਤੇ ਸੋਲਿਡ, ਇਹ ਤਿੰਨ ਅਲੱਗ-ਅਲੱਗ ਕੀਤੇ ਹੋਏ ਇਹਨਾਂ ਨੇ। ਇਹਦਾ 3 ਫੇਜ਼ ਡਾਇਗਰਾਮ ਕੀ ਹੈ? ਦ ਡਾਇਗਰਾਮ which represents the 3 constituents of soil, that is solids, air and water, is known as 3 phase diagram। 3 phase diagram ਉਹ ਹੁੰਦਾ ਜਿਹੜਾ represents ਕਰਦਾ ਹੈ soil ਦੇ 3 constituents ਨੂੰ, ਜਿਹੜੇ ਕਿਹੜੇ ਹੈ? solids, air ਤੇ water। Although soil is a 3 phase system, it becomes a 2 phase system in following 2 cases। ਠੀਕ ਹੈ ਜੀ। ਉੱਦਾਂ ਸੋਇਲ ਜਿਹੜਾ 3 ਫੇਜ਼ ਸਿਸਟਮ ਹੁੰਦਾ ਹੈ, ਪਰ ਇਹ 2 ਫੇਜ਼ ਸਿਸਟਮ ਵੀ ਬਣ ਜਾਂਦਾ ਹੈ। ਕਿੱਦਾਂ? ਆ ਦੇਖੋ ਜੀ। ਫਸਟ ਹੈਗਾ ਸੋਇਲ ਇਜ਼ ਐਬਸੋਲਿਊਟਲੀ ਡਰਾਈ, ਜਦ ਸੋਇਲ ਬਿਲਕੁਲ ਸੁੱਕਾ ਹੋਵੇ। ਇਨ ਦਿਸ ਕੇਸ ਵਾਟਰ ਡਿਸਅਪੀਅਰਸ ਐਂਡ ਸੋਇਲ ਮਾਸ ਕੰਸਿਸਟਸ ਆਫ ਓਨਲੀ ਸੋਇਲ ਗ੍ਰੇਨਸ ਐਂਡ ਏਅਰ। ਜਦ ਪਾਣੀ ਬਿਲਕੁਲ ਖਤਮ ਹੋ ਜਾਏ, ਡਿਸਅਪੀਅਰ ਹੋ ਜਾਏ, ਤਾਂ ਸੋਇਲ ਦੇ ਵਿੱਚ 2 ਕਨਸਟੀਟੂਐਂਟਸ ਰਹਿ ਜਾਂਦੇ ਆ। ਉਹ ਕਿਹੜੇ ਸੋਇਲ ਗ੍ਰੇਨਸ ਅਤੇ ਹਵਾ। ਸੈਕਿੰਡ ਹੈ ਸੋਇਲ ਇਜ਼ ਫੁੱਲੀ ਸੈਚੂਰੇਟਡ। ਇਨ ਦਿਸ ਕੇਸ ਏਅਰ ਫੇਸ ਡਿਸਅਪੀਅਰਸ ਐਂਡ ਸੋਇਲ ਮਾਸ ਕੰਸਿਸਟਸ ਆਫ 2 ਕਨਸਟੀਟੂਐਂਟਸ, ਦੈਟ ਇਜ਼ ਸੋਇਲ ਗ੍ਰੇਨਸ ਐਂਡ ਵਾਟਰ। ਸਮਝ ਆ ਗਈ ਜੀ। 2 ਫੇਸ ਦੇ ਵਿੱਚ 2 ਤਰ੍ਹਾਂ ਦੀ ਕੰਡੀਸ਼ਨਸ ਹੁੰਦੀਆਂ। ਇੱਕ ਹੁੰਦਾ ਸੋਇਲ ਇਜ਼ ਐਬਸੋਲਿਊਟਲੀ ਡਰਾਈ, ਜਦ ਜਿਹੜੀ ਸੋਇਲ ਉਹ ਬਿਲਕੁਲ ਸੁੱਕੀ ਹੋਵੇ। ਅਗਰ ਉਹ ਸੁੱਕੀ ਹੈ ਇਟ ਮੀਨਸ ਉਹਦੇ ਵਿੱਚ ਪਾਣੀ ਹੈ ਨਹੀਂ, ਆਟੋਮੈਟਿਕਲੀ ਉਹਦੇ 2 ਕਨਸਟੀਟੂਐਂਟਸ ਬਚ ਗਏ। ਇੱਕ ਕੀ ਬਚ ਗਿਆ? ਇੱਕ ਸੋਇਲ ਗ੍ਰੇਨਸ ਅਤੇ ਇੱਕ ਹਵਾ। ਉੱਦਾਂ ਹੀ ਇੱਕ ਸੋਇਲ ਇਜ਼ ਫੁੱਲੀ ਸੈਚੂਰੇਟਡ ਮੀਨਸ ਉਹਦੇ ਵਿੱਚ ਜਿੰਨਾ ਪਾਣੀ ਚਾਹੀਦਾ ਉਹ ਪੂਰਾ ਹੈਗਾ ਆ। ਉਹਦੇ ਵਿੱਚ ਕੀ ਹੋਏਗਾ? ਜਿਹੜੇ ਏਅਰ ਦੇ ਵੋਇਡਸ ਹੋਣਗੇ ਉਹ ਨਿਕਲ ਜਾਣਗੇ, ਆਟੋਮੈਟਿਕਲੀ 2 ਕਨਸਟੀਟੂਐਂਟਸ ਬਚ ਜਾਣਗੇ। ਕਿਹੜੇ ਸੋਇਲ ਗ੍ਰੇਨਸ ਅਤੇ ਵਾਟਰ। ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੀਆਂ ਜੀ ਸਾਡੇ ਕੋਲ ਇੰਪੋਰਟੈਂਟ ਸੋਇਲ ਪ੍ਰੋਪਰਟੀਜ਼ ਐਂਡ ਦੇਅਰ ਰਿਲੇਸ਼ਨਸ਼ਿਪ। ਠੀਕ ਹੈ। ਸਭ ਤੋਂ ਪਹਿਲਾਂ ਜੋ ਕਿ ਬਹੁਤ ਇੰਪੋਰਟੈਂਟ ਟੌਪਿਕ ਵੀ ਹੈਗਾ ਹੈ, ਵੋਇਡ ਰੇਸ਼ੋ। ਇਟ ਇਜ਼ ਡਿਫਾਈਨਡ ਐਜ਼ the ratio of volume of voids to the volume of solids in a given soil mass। It is denoted by E, small e। ਇਹਨੂੰ ਆਪਾਂ small e ਦੇ ਨਾਲ ਡਿਨੋਟ ਕਰਦੇ ਹਾਂ। ਇਹਨੂੰ ਮੈਥਮੈਟਿਕਲੀ ਲਿਖਿਆ ਜਾਂਦਾ E ਇਕੁਅਲ ਟੂ V ਦੇ ਪੈਰ 'ਚ small v ਅਪੋਨ V ਦੇ ਪੈਰ 'ਚ small s। V ਕੀ ਹੈ? ਵੋਲਿਊਮ ਆਫ voids। ਠੀਕ ਹੈ। ਟੂ ਦਾ ਵੋਲਿਊਮ ਆਫ solids, where ਵੀ ਕੀ ਹੈ? ਵੋਲਿਊਮ ਆਫ ਵੋਇਡਸ, VS ਵੋਲਿਊਮ ਆਫ ਸੋਲਿਡਸ। ਇਹਨੂੰ ਆਪਾਂ ਕੀ ਕਹਿੰਦੇ ਹਾਂ? ਵੋਇਡ ਰੇਸ਼ੋ। ਫਿਰ ਆ ਜਾਂਦਾ ਜੀ ਪੋਰੋਸਿਟੀ। ਇਟ ਇਜ਼ ਡਿਫਾਈਨਡ ਐਜ਼ ਦ ਰੇਸ਼ੋ ਆਫ ਵੋਲਿਊਮ ਆਫ ਵੋਇਡਸ ਟੂ ਦ ਟੋਟਲ ਵੋਲਿਊਮ ਆਫ ਅ ਗਿਵਨ ਸੋਇਲ ਮਾਸ। ਇਟ ਇਜ਼ ਡਿਨੋਟਡ ਬਾਈ ਸਮਾਲ n। ਇਹਨੂੰ ਆਪਾਂ ਮੈਥਮੈਟਿਕਲੀ ਲਿਖਦੇ ਹਾਂ n ਇਕੁਅਲ ਟੂ V ਅਪੋਨ V। V ਕੀ ਹੈ? ਵੋਲਿਊਮ ਆਫ ਵੋਇਡਸ ਅਪੋਨ ਟੋਟਲ ਵੋਲਿਊਮ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਪੋਰੋਸਿਟੀ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਜੀ ਤੁਹਾਡੇ ਕੋਲ ਡਿਗਰੀ ਆਫ ਸੈਚੂਰੇਸ਼ਨ। ਇਟ ਇਜ਼ ਡਿਫਾਈਨਡ ਐਜ਼ ਦ ਰੇਸ਼ੋ ਆਫ ਵੋਲਿਊਮ ਆਫ ਵਾਟਰ ਟੂ ਦ ਵੋਲਿਊਮ ਆਫ ਵੋਇਡਸ। ਇਟ ਇਜ਼ ਡਿਨੋਟਡ ਬਾਈ ਕੈਪੀਟਲ S। ਇਹਨੂੰ ਆਪਾਂ ਕੈਪੀਟਲ S ਦੇ ਨਾਲ ਡਿਨੋਟ ਕਰਦੇ ਹਾਂ, ਅਤੇ ਮੈਥਮੈਟਿਕਲੀ ਕੈਪੀਟਲ S ਇਜ਼ ਇਕੁਅਲ ਟੂ ਵੋਲਿਊਮ ਆਫ ਵਾਟਰ ਟੂ ਦ ਵੋਲਿਊਮ ਆਫ ਵੋਇਡਸ। ਠੀਕ ਹੈ ਜੀ। ਇਹਨੂੰ ਆਪਾਂ ਕਹਿੰਦੇ ਹਾਂ ਡਿਗਰੀ ਆਫ ਸੈਚੂਰੇਸ਼ਨ। ਫਿਰ ਆ ਜਾਂਦਾ ਜੀ ਸਾਡੇ ਕੋਲ ਵਾਟਰ ਕੰਟੈਂਟ।
ਇਹ ਕੀ ਹੁੰਦਾ ਜੀ? ਇਟ ਇਜ਼ ਡਿਫਾਈਨਡ ਐਜ਼ ਦ ਰੇਸ਼ੋ ਆਫ ਦ weight of water to the weight of solids। ਇਹਨੂੰ ਆਪਾਂ ਵਾਟਰ ਕੰਟੈਂਟ ਕਹਿੰਦੇ। ਇਟ ਇਜ਼ ਡਿਨੋਟਡ ਬਾਈ small w। small w ਮੈਥਮੈਟਿਕਲੀ ਲਿਖਦੇ ਹਾਂ, small w is equal to capital W upon small w upon w, capital W ਉਹਦੇ ਪੈਰ 'ਚ small s। ਠੀਕ ਹੈ ਜੀ, ਮਤਲਬ weight of water to the weight of solids, where weight of water ਕੀ ਹੈ W ਔਰ weight of solids ਕੀ W S। ਇਹ ਸੀਗੇ ਜੀ ਆਪਣਾ, ਇਹਨੂੰ ਕਹਿੰਦੇ ਆਪਾਂ ਵਾਟਰ ਕੰਟੈਂਟ। ਇਹ ਸੀਗੀਆਂ ਸੋਇਲ ਦੀਆਂ ਇੰਪੋਰਟੈਂਟ ਪ੍ਰੋਪਰਟੀਜ਼। ਠੀਕ ਹੈ ਜੀ, ਅਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ। ਉਸ ਤੋਂ ਬਾਅਦ ਨੈਕਸਟ ਟੌਪਿਕ ਹੈਗਾ ਹੈ ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਸਪੈਸੀਫਿਕ ਗ੍ਰੈਵਿਟੀ ਆਫ ਸੋਇਲ ਗ੍ਰੇਨਸ ਸੋਲਿਡਸ। ਇਟ ਇਜ਼ ਡਿਫਾਈਨਡ ਐਜ਼ ਦਾ ratio of the weight of a given volume of soil solids to the weight of an equal volume of water at a particular temperature। It is denoted by capital G and is dimensionless। ਇਹਦੇ ਮਤਲਬ ਕੋਈ dimensions ਨਹੀਂ ਹੁੰਦੇ। that is ਇਹਨੂੰ ਆਪਾਂ ਮੈਥਮੈਟਿਕਲੀ ਲਿਖਦੇ ਹਾਂ G, capital G is equal to gamma small s upon gamma W, where gamma की है यूनिट वेट ऑफ सॉइल ग्रेन्स। ऐसा आ गया ना, यूनिट वेट ऑफ सॉइल ग्रेन्स, और गामा W की है यूनिट वेट ऑफ वाटर। ठीक है, मैथमेटिकली इनू ये लिखा जाता है। ये कैपिटल G की है स्पैसीफिक ग्रैविटी। ओके, अगे चलते हैं जी आप। अगला टॉपिक है अपना यूनिट वेट। यूनिट वेट के अंदर यूनिट वेट और स्पैसीफिक वेट, ਇਹਨੂੰ यूनिट वेट भी कह सकते हैं तो स्पैसीफिक वेट भी कहा जाता है। मे बी डिफाइंड एज द रेशो ऑफ वेट ऑफ सॉइल पर यूनिट वॉल्यूम। इट मे बी डिफाइंड एज द रेशो ऑफ वेट ऑफ सॉइल पर यूनिट वॉल्यूम। इन सॉइल इंजीनियरिंग यूनिट वेट इज़ क्लासीफाइड एज, सॉइल इंजीनियरिंग ਦੇ ਵਿੱਚ यूनिट वेट ਆਪਾਂ 5 ਤਰ੍ਹਾਂ ਨਾਲ ਕਲਾਸੀਫਾਈ ਕਰ ਸਕਦੇ ਹਾਂ। ਫਸਟ ਹੈਗਾ ਬਲਕ यूनिट वेट, second dry unit weight, third saturated unit weight, fourth submerged unit weight, fifth हैगा unit weight of soil grains। ਇਹ 5 ਤਰ੍ਹਾਂ ਦੇ ਆਪਾਂ यूनिट weight ਆ ਜਿਹੜਾ soil engineering ਦੇ ਵਿੱਚ ਕਲਾਸੀਫਾਈ ਹੁੰਦੇ ਆ। ਹੁਣ ਇਹਨਾਂ ਨੂੰ ਆਪਾਂ ਇਲੈਬੋਰੇਟ ਕਰਕੇ ਸਮਝਾਂਗੇ ਜੀ। ਫਸਟ ਆ ਗਿਆ ਜੀ ਬਲਕ यूनिट weight। it is defined as the ratio of total weight of soil mass per unit of its total volume। it is denoted by gamma। ठीक है जी, gamma equal to W upon V, where W की है total weight of soil और W कैपिटल V की है total volume of soil mass। ਉਸ ਤੋਂ ਬਾਅਦ ਆ ਜਾਂਦਾ dry unit weight। it is defined as the ratio of weight of solids of the total volume of soil mass। it is denoted by gamma ਉਹਦੇ ਪੈਚ small d। gamma d is equal to WS upon V। ਇਹਦਾ ਮਤਲਬ WS ਕੀ ਹੈ weight of solids upon V ਕੀ ਹੈ total volume। ਇਹਨੂੰ ਆਪਾਂ gamma d ਦੇ ਨਾਲ denote ਕਰਦੇ ਹਾਂ dry unit weight। ਫਿਰ ਆ ਜਾਂਦਾ ਜੀ submerged unit weight। it is defined as the ratio of total weight of saturated sample। ਜਿਹੜਾ saturated sample ਹੈ ਉਹਦਾ ਜਿਹੜਾ weight total weight of soil mass, ठीक है, of its total volume। it is denoted by gamma saturated। ਆ ਦੇਖੋ ਇਹਦਾ gamma saturation equal to weight of saturated sample upon capital V total volume। ठीक है जी, ਇਹ ਹੋ ਗਿਆ ਤੁਹਾਡੇ ਕੋਲ saturated unit weight। ਉਸ ਤੋਂ ਬਾਅਦ ਆ ਗਿਆ submerged unit weight। it is defined as the ratio of submerged weight of soil mass to its total volume। it is denoted by gamma sub। gamma submerged is equal to capital W submerged upon capital V, where W की है submerged weight of soil और capital V की है total volume। फिर लास्ट आ जाता जी unit weight of soil solids। it is defined as the ratio of weight of solids to the volume of solids। it is denoted by gamma s। gamma s is equal to WS upon VS, जिथे WS की है weight of soil solids
और VS की है वॉल्यूम ऑफ सॉइल सॉलिड्स। ठीक है, थैंक यू।